कोरोना महामारी ਦੇ ਚੱਲਦਿਆਂ ਜਿਹੜੇ ਸੰਗਤ ਹਜੂਰ ਸਾਹਿਬ ਤੋਂ ਨਤਮਸਤਕ ਹੋ ਕੇ ਆਈ ਸੀ ਕਾਂਗਰਸ ਪਾਰਟੀ ਕਾਂਗਰਸ ਸਰਕਾਰ ਕਹਿ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਤੇ ਬੇਵਜ੍ਹਾ ਸਿਆਸਤ ਕਰ ਰਿਹਾ ਹੈ। ਇਹਦੇ 'ਚ ਕਿਸੇ ਦੀ ਗਲਤੀ ਨਹੀਂ ਆ, ਪਰ ਅਕਾਲੀ ਦਲ ਇਸ ਨੂੰ ਮੁੱਦਾ ਬਣਾਉਣ ਦਾ ਯਤਨ ਕਰ ਰਿਹਾ। ਇਸ ਬਾਬਤ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਰਦਾਰ ਸਿਕੰਦਰ ਸਿੰਘ ਮਲੂਕਾ ਹੁਣਾਂ ਨਾਲ ਗੱਲਬਾਤ ਕਰਾਂਗੇ। ਮਲੂਕਾ ਸਾਹਿਬ ਕਹਿੰਦੇ ਕਿ ਅਕਾਲੀ ਦਲ ਬਹੁਤ ਮਾੜੇ ਨੇ, ਮੌਕਾ ਨਹੀਂ ਵੇਖ ਰਹੇ, ਵੇਲਾ नहीं ਵੇਖ ਰਹੇਗੇ ਤੇ ਗਲਤ ਮੁੱਦੇ ਤੇ ਸਿਆਸਤ ਕਰ ਰਹੇ ਨੇ। ਸਰਕਾਰ ਦਾ ਸਾਥ ਦੇਣਾ ਚਾਹੀਦਾ ਜੀ। ਵੇਖੋ, ਜਿੰਨਾ ਇਸ ਵੇਲੇ ਪੰਜਾਬ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਸਰਕਾਰ ਦਾ ਸਾਥ ਦੇ ਰਹੀਆਂ, ਸਰਕਾਰ ਬਲਕਿ ਸਾਥ ਲੈਣਾ ਨਹੀਂ ਚਾਹੁੰਦੀ ਮੇਰੀ ਸਮਝ ਦੇ ਮੁਤਾਬਕ। ਤਾਂ ਜਿੰਨੀ ਅਕਾਲੀ ਦਲ ਨੇ ਪੇਸ਼ਕਸ਼ ਕੀਤੀ, ਬਣਦਿਆਂ ਸਾਰੀ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਜੀ ਸਾਡੀਆਂ 10,000 ਕਮਰਾ ਹੈਗਾ ਸਰਾਵਾਂ ਦਾ, ਤੁਸੀਂ ਸਾਰਾ ਲੈ ਲਓ, ਇੱਥੇ ਸਾਰਾ ਰੱਖੋ ਆਪਦਾ, ਉਹਦੇ ਵੱਲ ਵੀ ਸਰਕਾਰ ਨੇ ਧਿਆਨ ਨਾ ਦਿੱਤਾ। ਨਾਲ ਜਦੋਂ ਸਾਰਾ ਮੇਨ ਰੌਲਾ ਹੈ ਕਿ ਜਿਹੜੇ ਹਜੂਰ ਸਾਹਿਬ ਤੋਂ ਸੰਗਤ ਆਈ, ਉਹਦੇ 'ਚ ਹੁਣੇ ਝੂਠ ਬੋਲਦੇ ਨੇ ਕਾਂਗਰਸੀ। ਸੰਗਤ ਉੱਥੋਂ ਲਿਆਉਣੀ ਆਪਣੀ ਡਿਊਟੀ ਬਣਦੀ ਸੀ, ਆਪਣੇ ਭਰਾ ਭਾਈ ਸੀ, ਚਾਹੇ ਕਾਂਗਰਸ ਨੇ ਵੀ ਉਹਦੇ 'ਚ ਕਿਹਾ ਵੀ ਲਿਆਓ, ਹੋਰ ਲੋਕਾਂ ਨੇ ਵੀ ਕਿਹਾ, ਅਕਾਲੀ ਦਲ ਨੇ ਵੀ ਕਿਹਾ ਵੀ ਲਿਆਓ, ਤੇ ਲਿਆਉਣੀ ਬਣਦੀ ਸੀ। ਘਰਾਂ 'ਚ ਹੀ ਆਉਣਾ ਅਖੀਰ ਤਾਂ ਲੋਕਾਂ ਨੇ। ਕਿੰਨਾ ਕੁ ਚਿਰ ਹਜੂਰ ਸਾਹਿਬ ਰਹਿ ਸਕਦੇ ਨੇ ਲੋਕ, ਜਦੋਂ ਉੱਥੇ ਕੋਈ ਘਰ ਹੀ ਨਹੀਂ ਗਏ ਤਾਂ ਉਹ ਯਾਤਰਾ ਵਾਸਤੇ ਸੀ। ਤੇ ਉਹਨਾਂ ਨੂੰ ਪੰਜਾਬ 'ਚ ਆਇਆਂ ਨੂੰ ਸੰਭਾਲਣਾ ਤਾਂ ਫਿਰ ਸਰਕਾਰ ਦੀ ਡਿਊਟੀ ਸੀ, ਸਰਕਾਰ ਨੇ ਵੇਖਣਾ ਸੀ। ਚੈੱਕ ਤਾਂ ਸਰਕਾਰ ਦੀ ਡਿਊਟੀ ਬਣਦੀ ਸੀ ਕਰਨਾ। ਕਿੱਥੇ ਕੋਈ ਗਲਤੀ ਹੋਈ ਹੈ, ਉੱਥੇ ਬੰਦੇ ਕਿਵੇਂ ਹੋਰ ਆ ਕੇ ਰਲੇ ਉਹਨਾਂ ਦੇ ਵਿੱਚ, ਜਾਂ ਰਸਤੇ ਦੇ ਵਿੱਚ ਕੋਈ ਗਲਤੀ ਹੋਈ ਹੈ, ਇਹ ਤਾਂ ਜ਼ਿੰਮੇਵਾਰੀ ਸਰਕਾਰ ਦੀ ਹੈ। ਸਰਕਾਰ ਲਈ ਸੀ ਉਹਨਾਂ ਦੀ। ਅਸੀਂ ਤਾਂ ਕਿਤੇ ਵੀ ਨਹੀਂ ਇਹੋ ਜਿਹੀ ਰਾਜਨੀਤੀ ਵਾਲੀ ਗੱਲ ਕਰ ਰਹੇ। ਤਾਂ ਜਦੋਂ ਸਰਕਾਰ ਹੀ ਇਹੋ ਜਿਹੀਆਂ ਗੱਲਾਂ ਕਰਨ ਲੱਗੀ, ਹੁਣ ਹੈਲਥ ਮਿਨਿਸਟਰ ਬੋਲਦਾ ਜਿਹੜੀਆਂ ਅਕਾਲੀਆਂ ਦੀਆਂ ਬੱਸਾਂ ਗਈਆਂ ਸੀ, ਸਾਡੀ ਤਾਂ ਬੱਸ ਇੱਥੋਂ ਗਈ ਕੋਈ ਨਹੀਂ, ਇੱਕ ਵੀ ਬੱਸ ਨਹੀਂ ਭੇਜੀ। ਅਸੀਂ ਤਾਂ ਉੱਧਰੋਂ ਸੰਗਤ ਨੇ 10-12 ਬੱਸਾਂ ਆਪਦੇ ਕਿਰਾਏ 'ਤੇ ਕਰਕੇ ਭੇਜੀਆਂ ਸੀ। ਹਜੂਰ ਸਾਹਿਬ ਤੋਂ ਸ਼ੁਰੂ ਕੀਤਾ ਸੀ ਕੰਮ, ਜਦੋਂ ਉਹਨਾਂ ਨੇ ਕਰਤੀਆਂ ਪਹਿਲਾਂ ਇਹ ਮੰਨਦੇ ਨਹੀਂ ਸੀ, ਫਿਰ ਸਰਕਾਰ ਵੀ ਭੱਜ ਤੁਰੀ ਦੂਜੇ ਪਾਸੇ। ਸੋ ਇਸ ਕਰਕੇ ਅਸੀਂ ਤਾਂ ਹਰ ਵੇਲੇ ਅੱਜ ਵੀ ਸਹਿਯੋਗ ਦੇਣ ਨੂੰ ਤਿਆਰ ਹਾਂ, ਕੱਲ੍ਹ ਵੀ ਤਿਆਰ ਸੀ। ਜੋ ਕਰ ਸਕਦੇ ਸੀ ਅਸੀਂ ਤਾਂ ਕਦੇ ਵੀ ਨਹੀਂ ਇਹੋ ਜਿਹੀ ਗੱਲ ਕੀਤੀ ਵੀ, ਕਿਉਂਕਿ ਕਰੋਨਾ ਜਿਹੜੀ ਬੜੀ ਖਤਰਨਾਕ ਬਿਮਾਰੀ ਹੈ, ਇਹ ਸਾਰਿਆਂ ਨੇ ਰਲ ਮਿਲ ਕੇ, ਸਾਰਿਆਂ ਨੂੰ, ਸਾਨੂੰ ਸਟੇਟ ਦਾ, ਦੇਸ਼ ਦਾ ਮਸਲਾ ਹੈਗਾ ਜਿਹੜਾ, ਰਲ ਮਿਲ ਕੇ ਸਾਰਿਆਂ ਨੂੰ ਕਰਨਾ ਚਾਹੀਦਾ। ਪਰ ਸਰਕਾਰ ਤਾਂ ਕਿਤੇ ਵੀ ਸਹਿਯੋਗ ਲੈਣਾ ਨਹੀਂ ਚਾਹੁੰਦੀ, ਸਾਰਾ ਆਪ ਹੀ ਕਰਨਾ ਚਾਹੁੰਦੀ ਹੈ, ਵਿਖਾਵਾ ਵੀ ਅਸੀਂ ਕੀਤਾ ਸਾਰਾ, ਉਹਦੇ 'ਚ ਫਿਰ ਉਲਝੀ ਜਾਂਦੀ ਹੈ ਸਰਕਾਰ। ਉਹ ਕਹਿ ਰਹੇ ਨੇ ਕਿ ਅਕਾਲੀ ਦਲ ਨੇ ਪਹਿਲਾਂ ਬੜੀ ਪਿੱਠ ਥਪਾਈ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜੀ ਕਰਕੇ, ਸੁਖਬੀਰ ਸਿੰਘ ਬਾਦਲ ਕਰਕੇ, ਹਰਸਿਮਰਤ ਕੌਰ ਬਾਦਲ ਕਰਕੇ, ਉਹਨਾਂ ਦੀਆਂ ਕੋਸ਼ਿਸ਼ਾਂ ਕਰਕੇ ਸ਼ਰਧਾਲੂ ਆਏ ਨੇ, ਉਦੋਂ ਪਿੱਠ ਥਪਾ ਲਈ ਹੈਗੀ। ਤੇ ਜਦ ਪੋਜ਼ਿਟਿਵ ਨਿਕਲ ਆਏ ਤੇ ਹੁਣ ਸਾਰਾ ਭਾਂਡਾ ਕਾਂਗਰਸ ਸਰਕਾਰ ਤੇ ਭੰਨਿਆ ਜਾ ਰਿਹਾ ਹੈ। ਨਹੀਂ, ਅਸੀਂ ਤਾਂ ਇਹ ਕਹਿੰਦੇ ਸੀ ਲਿਆਉਣ ਬਾਰੇ, ਅਸੀਂ ਉੱਥੇ ਲਿਆਉਣ ਬਾਰੇ ਫੈਸਲਾ ਕੀਤਾ। ਉਹ ਅਸੀਂ ਵੀ ਜ਼ੋਰਦਾਰ ਉਪਰਾਲੇ ਕੀਤੇ ਜਿੰਨੇ ਕਰ ਸਕਦੇ ਸੀ। ਸਾਰਿਆਂ ਦੀ ਮੰਗ ਸੀ, ਉਹ ਤਾਂ ਕੁੱਲ ਬੰਦੇ ਦੀ, ਸ਼ਰਧਾਲੂਆਂ ਦੀ ਮੰਗ ਵੀ ਸੀਗੀ, ਲੋਕਾਂ ਦੀ ਮੰਗ ਸੀ, ਸਾਰੀਆਂ ਸਿਆਸੀ ਪਾਰਟੀਆਂ ਦੀ ਮੰਗ ਸੀ ਵੀ ਉੱਥੋਂ ਉਹਨਾਂ ਨੂੰ ਲੈ ਕੇ ਆਓ। ਬਲਕਿ ਹੁਣ ਸਾਰੇ ਦੁਨੀਆ 'ਚ ਵੀ ਲਿਆ ਰਹੇ ਹਾਂ, ਅਸੀਂ ਦੇਸ਼ 'ਚ ਵੀ ਲਿਆ ਰਹੇ ਹਾਂ, ਹੁਣ ਫਿਰ ਵੀ ਲਿਆ ਰਹੇ ਹਾਂ। ਤੇ ਹੁਣ ਉਹਨਾਂ ਨੂੰ ਕੌਣ ਸਾਂਭੂਗਾ ਜਿਹੜੇ ਹੁਣ ਬਾਹਰੋਂ ਆਉਣਗੇ? ਸਰਕਾਰ ਨੇ ਸਾਂਭਣੇ ਨਾ। ਸਾਂਭਣਾ ਤਾਂ ਜਿਹੜੀ ਮੌਕੇ ਤੇ ਸਰਕਾਰ ਆ, ਭਾਵੇਂ ਕਿਸੇ ਦੀ ਹੈ। ਬੰਦੇ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਚੈੱਕ ਕਰਨਾ ਬਾਰਡਰਾਂ ਦੇ ਉੱਤੇ, ਕਹਿੰਦੇ ਸਾਡੇ ਬਾਰਡਰ ਸਾਰੇ ਸੀਲ ਨੇ, ਤੇ ਫਿਰ ਬੰਦੇ ਕਿਵੇਂ ਟੱਪਿਆ? ਬੱਸਾਂ ਆਈਆਂ ਜਿਹੜੀਆਂ ਬੱਸਾਂ, ਫਿਰ ਉਹ ਕਿਉਂ ਟੱਪਣ ਦਿੱਤੀਆਂ? ਜਾਂ ਤਾਂ ਦੱਸੋ ਮੱਲੋ ਮੱਲੀ ਕਿਸੇ ਨੇ ਟੱਪਾਈਆਂ? ਸੋ ਸਰਕਾਰ ਦਾ ਆਪਦਾ ਫੇਲਰ ਹੋਇਆ, ਇਹਨਾਂ ਨੇ ਧਿਆਨ ਨਹੀਂ ਦਿੱਤਾ। ਇਹਨਾਂ ਨੂੰ ਪਤਾ ਸੀ, ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਇੰਨੇ ਬੰਦੇ ਨੇ, ਉਹਨਾਂ ਸਾਰੇ ਬੰਦਿਆਂ ਦਾ ਪਹਿਲਾਂ ਇੱਥੇ ਇੰਤਜ਼ਾਮ ਉਹਨਾਂ ਦੇ ਰਹਿਣ ਦਾ ਕਰਨਾ ਚਾਹੀਦਾ ਸੀ। ਫਿਰ ਨਾਲ ਡਾਕਟਰੀ ਟੀਮਾਂ ਭੇਜਣੀਆਂ ਚਾਹੀਦੀਆਂ ਸੀ। ਫਿਰ ਸਿਲੈਕਟਡ ਬੰਦੇ ਜਿਹੜੇ ਕੋਈ ਬਿਮਾਰ ਹੁੰਦੇ ਉਹਨਾਂ ਨੂੰ ਅੱਡ ਕਰ ਲੈਂਦੇ, ਜਿਹੜੇ ਦੂਜੇ ਸੀਗੇ ਰਾਜੀ ਸੀ ਉਹਨਾਂ ਨੂੰ ਅੱਡ ਕਰ ਲੈਂਦੇ। ਸੋ ਸਰਕਾਰ ਨੇ ਇਹ ਜਦ ਤੱਕ ਕੀਤਾ ਕੁਝ ਨਹੀਂ ਹੈਗਾ, ਲਾਪਰਵਾਹੀ ਵਰਤੀ ਹੈ। ਹੁਣ ਜਦੋਂ ਇਹ ਬਿਮਾਰੀ ਇੰਨੀ ਫੈਲ ਗਈ, ਕਿਵੇਂ ਨਾ ਕਿਵੇਂ ਕਿੱਥੇ ਫੈਲੀ ਹੈ ਤਾਂ ਹਾਲੇ ਪਤਾ ਕਿਸੇ ਨੂੰ ਨਹੀਂ। ਹੁਣ ਉਹ ਆਪ ਘਬਰਾਉਂਦੇ ਨੇ ਇਸ ਗੱਲ ਦੇ ਉੱਤੋਂ। ਗਲਤੀ ਤਾਂ ਸਰਕਾਰ ਤੋਂ ਹੋਈ ਹੈ। ਸਰਕਾਰ ਦੇ ਮੰਤਰੀ ਕਹਿ ਰਹੇ ਹੈਗੇ ਨੇ ਕਿ ਸ਼੍ਰੋਮਣੀ ਕਮੇਟੀ ਨੇ ਕਿਹਾ ਹੈਗਾ ਕਿ 10,000 ਕਮਰੇ ਸਾਡੇ ਕੋਲ ਲੈ ਲਓ। ਸੁਖਜਿੰਦਰ ਸਿੰਘ ਰੰਧਾਵਾ ਕਹਿ ਰਹੇ ਕਿ ਉੱਥੇ ਡੇਰੇ ਗੁਰਦੁਆਰੇ ਮੈਨੇਜਰ ਨੇ ਮਨਾ ਕਰ ਦਿੱਤਾ। ਸੁਲਤਾਨਪੁਰ ਲੋਧੀ ਬੱਸ ਜਾ ਰਹੀ ਸੀ, 45 ਮਰੀਜ਼ਾਂ ਲੈ ਕੇ, ਉੱਥੇ ਵੀ ਮਨਾ ਕਰ ਦਿੱਤਾ ਗਿਆ ਜੀ। ਨਹੀਂ, ਅਸੀਂ ਲਿਖ ਕੇ ਦਿੱਤੀਆਂ ਚਿੱਠੀਆਂ, ਐਵੇਂ ਗਲਤ ਝੂਠ ਬੋਲਦੇ ਨੇ। ਤਲਵੰਡੀ ਸਾਬੋ ਸਾਡੇ 350 ਬੰਦਾ ਠਹਿਰਿਆ ਹੋਇਆ ਉੱਥੇ ਸਰਾਂ ਦੇ ਵਿੱਚ। ਮੈਂ ਉਹਦੇ ਕਣਕ ਛੱਡ ਕੇ ਆਇਆ, ਮੈਂ ਉਹਦੇ ਵੇਖਿਆ। ਤੁਸੀਂ ਹੈਰਾਨ ਹੋਵੋਗੇ, ਜਿਹੜੀ ਲੇਬਰ ਆਈ ਸੀਗੀ ਰਾਜਸਥਾਨ 'ਚ, ਸਾਰੇ ਉੱਥੇ ਕਹਿ ਗਏ ਸਰਕਾਰ ਵਾਲੇ ਪਹਿਲਾਂ ਵੀ ਇਹਦਾ ਸਾਰਾ ਅਸੀਂ ਇੰਤਜ਼ਾਮ ਕਰਾਂਗੇ, ਸਾਰਾ ਖਰਚਾ ਸਾਰਾ ਕੁਛ ਅਸੀਂ ਕਰਾਂਗੇ। ਉਹ ਕਹਿੰਦੇ ਵੀ ਠੀਕ ਹੈ, ਸਾਨੂੰ ਕੀ ਇਤਰਾਜ਼ ਆ। ਇੱਕ ਦਿਨ ਸਮਾਨ ਵੰਡ ਗਏ, 28,000 ਰੁਪਏ ਦਾ ਬਿਸਕੁਟ 'ਚ ਲਿਆ ਕੇ ਫੜਾ ਗਏ, ਮੁੜ ਕੇ ਉੱਥੇ ਆਏ ਹੀ ਨਹੀਂ, ਪਤਾ ਲੈਣ ਹੀ ਨਹੀਂ ਆਏ ਵੀ ਉੱਥੇ ਕੋਈ ਜਿਉਂਦਾ ਨਹੀਂ ਜਿਉਂਦਾ ਕੀ ਹੈ। ਉਹ ਸਾਰਾ ਕੁਝ ਸ਼੍ਰੋਮਣੀ ਕਮੇਟੀ ਸਾਂਭ ਰਹੀ ਹੈ। ਕਿਤੇ ਵੀ ਨਹੀਂ ਸ਼੍ਰੋਮਣੀ ਕਮੇਟੀ ਨਾ ਕਰ ਹੀ ਨਹੀਂ ਸਕਦੀ। ਅਸੀਂ ਤਾਂ ਪ੍ਰਧਾਨ ਨੇ ਲਿਖਤੀ ਪੇਸ਼ਕਸ਼ ਕੀਤੀ ਹੈ, ਅਸੀਂ ਕਿ ਮੈਨੇਜਰ ਕਿਵੇਂ ਨਾ ਕਰ ਦੇਣਗੇ? ਇਹ ਐਵੇਂ ਝੂਠ ਬੋਲਦੇ ਨੇ ਇਹਨਾਂ ਦੇ ਵੀ। ਤੁਹਾਨੂੰ ਲੱਗਦਾ ਕਿ ਕਾਂਗਰਸ ਨੂੰ ਕਿਤੇ ਇਹ ਡਰ ਹੈਗਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਾਰੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਸੰਭਾਲ ਲਿਆ ਗਿਆ ਤੇ ਇਹਦਾ ਜਿਹੜਾ ਕ੍ਰੈਡਿਟ ਉਹ ਅਕਾਲੀ ਦਲ ਲੈ ਜਾਊਗਾ? ਇਹ ਹੋ ਸਕਦਾ ਕਾਂਗਰਸ ਦੇ ਮਨ ਦੇ ਵਿੱਚ। ਸਾਨੂੰ ਵੀ ਸ਼ੰਕ ਹੈ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਨਹੀਂ ਲੈਣਾ ਚਾਹੁੰਦੇ, ਇਹ ਇਸ ਗੱਲੋਂ ਡਰਦੇ ਹੋਣੇ ਸ਼ਾਇਦ ਵੀ ਜਦੋਂ ਉੱਥੇ ਸ਼੍ਰੋਮਣੀ ਕਮੇਟੀ ਕਾਂਗਰਸ ਦੇ ਮਨ 'ਚ ਨੀਤੀ ਆ ਗਈ, ਚੰਗੇ ਪਾਸੇ ਨਹੀਂ ਤੁਰੇ, ਵੋਟਾਂ ਨੀਤੀ ਕਰਕੇ ਉਹਨਾਂ ਨੂੰ ਉੱਥੇ ਨਹੀਂ ਭੇਜਿਆ। ਇਹ ਹੋ ਸਕਦਾ ਕਾਂਗਰਸ ਦੇ ਮਨ 'ਚ ਸਾਨੂੰ ਵੀ ਸ਼ੱਕ ਪੈਂਦੀ ਵੀ ਇਹ ਗੱਲ ਹੋਊਗੀ। ਸਿਹਤ ਮੰਤਰੀ ਕਹਿ ਰਹੇ ਨੇ ਕਿ
ਅਕਾਲੀ ਦਲ ਛੱਡੋ, ਜਿਹੜਾ ਬਾਦਲ ਪਰਿਵਾਰ ਹੈ ਇਹ ਆਪਣਾ ਦਿਮਾਗੀ ਸੰਤੁਲਨ ਗਵਾ ਬੈਠਾ ਹੈਗਾ ਤੇ ਸੁਖਬੀਰ ਬਾਦਲ ਨੂੰ ਤਾਂ ਉਹਨਾਂ ਸਲਾਹ ਵੀ ਦੇ ਦਿੱਤੀ ਹੈਗੀ ਕਿ ਆਪਣੀ ਧਰਮ ਪਤਨੀ ਕੋ ਤੇ ਸਾਲਾ ਸਾਹਿਬ ਕੋ ਬਚਦੇ, ਨਹੀਂ ਤੇ ਅਕਾਲੀ ਦਲ ਦਾ ਨੁਕਸਾਨ ਹੋ ਜਾਏਗਾ ਜੀ। ਮੈਨੂੰ ਲੱਗਦਾ ਜਿਹੜਾ ਇਲਾਜ ਤਾਂ ਇਕੱਲੇ ਹੈਲਥ ਮਿਨਿਸਟਰ ਦਾ ਕਰਾਉਣਾ ਪੈਣਾ। ਹੈਲਥ ਮਿਨਿਸਟਰ ਇਸ ਵੇਲੇ ਜਿੰਨੀਆਂ ਬੇਟੇਢੀਆਂ ਗੱਲਾਂ ਮਾਰ ਰਿਹਾ, ਉਹ ਕਹਿੰਦਾ ਜੀ ਅਕਾਲੀ ਦਲ ਦੀਆਂ ਬੱਸਾਂ ਨਹੀਂ ਸਾਰਾ ਜਿਹੜਾ ਇੱਥੇ ਕਰੋਨਾ ਲਿਆਂਦਾ ਕਮਲਿਆਂ ਵਾਂਗੂ ਬੋਲੀ ਜਾਂਦਾ ਬਿਨਾਂ ਮਤਲਬ ਤੋਂ। ਅਕਾਲੀ ਦਲ ਨੇ ਤਾਂ ਬੱਸ ਭੇਜੀ ਕੋਈ ਨਹੀਂ, ਮੈਂ ਤੁਹਾਨੂੰ ਕਿਹਾ ਵੀ ਅਸੀਂ ਤਾਂ ਭੇਜੀ ਕੋਈ, ਅਸੀਂ ਯਾਤਰੂਆਂ ਨੂੰ ਲਿਆਉਣ ਦੀ ਮੰਗ ਸ਼ੋਰ ਨਾਲ ਕੀਤੀ ਹੈ, ਜਿੰਨੀ ਅਪਰੋਚ ਕਰ ਸਕਦੇ ਸੀ ਕੀਤੀ ਹੈ। ਬੱਸਾਂ ਤਾਂ ਉੱਥੋਂ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਨੇ ਆਪਦੇ ਕੋਲੋਂ ਪੈਸੇ ਖਰਚ ਕੇ ਪਹਿਲੀਆਂ 10 ਭੇਜੀਆਂ ਸੀ। ਜਦੋਂ ਉਹਨਾਂ ਨੇ ਬੱਸਾਂ ਭੇਜਣੀਆਂ ਸ਼ੁਰੂ ਕਰਤੀਆਂ ਫਿਰ ਸਰਕਾਰ ਭੱਜ ਪਈ ਵੀ ਛੇਤੀ ਕਿਤੇ ਉਹਨਾਂ ਨੂੰ ਕ੍ਰੈਡਿਟ ਨਾ ਚਲਾ ਜਾਵੇ, ਅਸੀਂ ਛੇਤੀ ਲਈਏ। ਸੋ ਇਹ ਤਾਂ ਬਲਵੀਰ ਸਿੰਘ ਸਿੱਧੂ ਦੀ ਜੋ ਬੋਲੀ ਕੁਛ ਦਿਨਾਂ ਦੀ, ਇੱਥੋਂ ਬਲਵੀਰ ਸਿੰਘ ਸਿੱਧੂ ਦਾ ਇਲਾਜ ਕਰਾਉਣਾ ਮੰਨਦਾ। ਅਕਾਲੀ ਦਲ ਦੇ ਪ੍ਰਧਾਨ ਸਾਹਿਬ ਤੇ ਸਰਪ੍ਰਸਤ ਸਾਹਿਬ ਤਾਂ ਬਿਲਕੁਲ ਠੀਕ ਨੇ, ਨੰਬਰ 9 ਨੇ, ਉਹ ਤਾਂ ਵਧੀਆ ਨੇ। ਉਹਨਾਂ ਤਾਂ ਹਮੇਸ਼ਾ ਸਰਕਾਰ ਨੂੰ ਅਸਾਰੂ ਪਹੁੰਚ ਕੀਤੀ ਹੈ ਹਰ ਗੱਲ ਦੇ ਵਿੱਚ। ਤੇ ਰਜਿੰਦਰ ਸਿੰਘ ਬਾਜਵਾ ਜੀ ਕਹਿ ਰਹੇ ਨੇ ਕਿ ਅਕਾਲੀ ਮੁੱਦਾਹੀਨ ਨੇ, ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈਗਾ। ਇਹ ਜਿਹੜਾ ਬੇਅਦਬੀ ਹੋਈ ਸੀ, ਉਹ ਜਿਹੜੇ ਦਾਗ ਲੱਗੇ ਸੀ ਉਹ ਧੋਣਾ ਚਾਹੁੰਦੇ ਨੇ, ਉਹ ਧੋਤੇ ਨਹੀਂ ਜਾਣੇ ਜੀ। ਅਸੀਂ ਪਹਿਲਾਂ ਵੀ ਕਿਹਾ, ਹੁਣ ਵੀ ਕਹਿੰਦੇ, ਪ੍ਰਧਾਨ ਸਾਹਿਬ ਨੇ ਵੀ ਕਿਹਾ ਵੀ ਜਿਹਨੇ ਵੀ ਬੇਅਦਬੀ ਕੀਤੀ ਹੈ ਜਾਂ ਕਰਾਈ ਹੈ, ਪ੍ਰਮਾਤਮਾ ਸੱਚੇ ਪਾਤਸ਼ਾਹ ਉਹਦਾ ਕੱਖ ਨਾ ਰਵੇ। ਅਕਾਲੀ ਦਲ ਕਦੇ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦਾ। ਪਰ ਮੈਨੂੰ ਹੈਰਾਨੀ ਹੈ ਕਾਂਗਰਸ ਵਾਲੇ ਬੋਲਣ ਬੇਅਦਬੀਆਂ ਦੇ ਮੁੱਦਿਆਂ ਤੇ। ਅਸੀਂ ਕਹਿੰਦੇ ਹਾਂ ਕਿਸੇ ਦੀ ਇੱਕ ਵੀ ਜਾਨ ਜਾਣੀ ਤਾਂ ਬਹੁਤ ਮਾੜੀ ਗੱਲ ਹੈ। ਸਾਡੀ ਸਰਕਾਰ ਵੇਲੇ 2 ਨੌਜਵਾਨਾਂ ਦੀ ਜਾਨ ਗਈ ਚਲੀ ਗਈ, ਉਹਦੇ ਵਿੱਚ ਨਹੀਂ ਅਸੀਂ ਪੈਂਦੇ ਇਸ ਗੱਲ ਦੇ। ਅਸੀਂ ਉਹਨਾਂ ਦੀ ਜਿੰਨੀ ਕਰ ਸਕਦੇ ਸੀ ਜੋ ਰੂਲਾਂ ਦੇ ਮੁਤਾਬਕ ਸਾਰਾ ਕੁਝ ਕੀਤਾ। ਪਰ ਕਾਂਗਰਸ ਪਾਰਟੀ ਬੋਲਦੀ ਹੈ ਬੇਅਦਬੀ ਦੇ ਮੁੱਦੇ ਤੇ, ਜਿਹਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ, ਅਕਾਲ ਤਖਤ ਸਾਹਿਬ ਢਾਇਆ, ਹਜ਼ਾਰਾਂ ਬੇਦੋਸ਼ ਲੋਕਾਂ ਨੂੰ ਹਰਿਮੰਦਰ ਸਾਹਿਬ ਦੇ ਵਿੱਚ, ਅਕਾਲ ਤਖਤ ਸਾਹਿਬ ਦੇ ਵਿੱਚ, ਸਰਾਵਾਂ ਦੇ ਵਿੱਚ ਮਾਰਿਆ, 40 ਗੁਰਦੁਆਰਿਆਂ ਦੀ ਤਲਾਸ਼ੀ ਰਹੀ, ਲੋਕਾਂ ਦੀ ਬੇਇੱਜ਼ਤੀ ਕੀਤੀ, ਦਿੱਲੀ ਦੇ ਵਿੱਚ ਸਿੱਖ ਕੌਮ ਦੇ ਗਲਾਂ ਦੇ ਵਿੱਚ ਟਾਇਰ ਪਾ ਸਾੜਿਆ, ਧੀਆਂ ਭੈਣਾਂ ਦੀ ਸੜਕਾਂ ਤੇ ਇੱਜ਼ਤ ਲੁੱਟੀ, ਕਿਸੇ ਤੇ ਅੱਜ ਤਾਈਂ ਮੁਕੱਦਮਾ ਨਹੀਂ ਚੱਲਿਆ। ਕਾਂਗਰਸ ਬੋਲਦੀ ਹੈ ਬੇਅਦਬੀ ਦੇ ਮੁੱਦੇ ਤੇ। ਕਾਂਗਰਸ ਨੂੰ ਤਾਂ ਅਧਿਕਾਰ ਹੀ ਹੈ ਨਹੀਂ। ਪੰਜਾਬ ਦੇ ਲੋਕ ਜੇ ਥੋੜਾ ਜਿਹਾ ਵੀ ਕਰਨ ਤੇ ਕਾਂਗਰਸ ਨੂੰ ਤਾਂ ਕਦੇ ਵੋਟ ਪਾਉਣੀ ਕਿ ਵੋਟ ਦਿਖਾਉਣੀ ਵੀ ਨਹੀਂ ਚਾਹੀਦੀ ਪੰਜਾਬ ਦੇ ਲੋਕਾਂ ਨੂੰ, ਤਾਂ ਜੋ ਪੰਜਾਬ ਦੇ ਨਾਲ ਕਾਂਗਰਸ ਨੇ ਕੀਤਾ। ਉਹ ਕਹਿੰਦੇ ਸਰਕਾਰ ਦਾ ਸਾਥ ਨਹੀਂ ਦੇ ਰਹੇ ਹੈਗੇ ਤੇ ਅਕਾਲੀ ਦੱਸਣ ਕਿ ਕਿੰਨਾ ਕੀ ਇਹਨਾਂ ਨੇ ਦਾਨ ਕੀਤਾ ਹੈਗਾ ਜੀ। ਅਕਾਲੀ ਦਲ ਜਿੱਥੇ ਅਕਾਲੀ ਦਲ ਦੀ ਲੋੜ ਪਈ ਹੈ, ਜਿਵੇਂ ਹੁਣ ਲੰਗਰ ਚਲਾ ਰਹੇ ਹਾਂ ਅਸੀਂ ਸਾਰੇ ਜ਼ੋਰ ਦੇ, ਸ਼੍ਰੋਮਣੀ ਕਮੇਟੀ ਚਲਾ ਰਹੀ ਹੈ, ਗੁਰਦੁਆਰੇ ਸਾਹਿਬਾਨ ਤੋਂ ਚੱਲ ਰਹੇ ਨੇ, DGSC ਚਲਾ ਰਹੀ ਹੈ, ਸਾਰੀ ਦੁਨੀਆ 'ਚ ਹੀ ਚਲਾ ਰਹੇ ਸੀ। ਤੇ ਅਸੀਂ ਜਿੰਨਾ ਹੈਗਾ ਆਪਦੇ ਕੋਲੋਂ ਪੁਰਸ਼ਤ ਉਸ ਹਿਸਾਬ ਨਾਲ ਅਸੀਂ ਪਾਈ ਜਾਂਦੇ ਹਾਂ। ਮੈਂ ਹੁਣ 1200 ਕੁਇੰਟਲ ਮਣਕਾ ਜਿਹੜੀ ਛੱਡ ਕੇ ਆਇਆ ਦਮਦਮਾ ਸਾਹਿਬ ਲੰਗਰ ਵਾਸਤੇ, ਗਰੀਬਾਂ ਦੇ ਲੋਕਾਂ ਦੇ ਵਾਸਤੇ। ਹੋਰ ਵੀ ਜਿੱਥੇ ਸਾਡੀ ਡਿਊਟੀ ਸਰਕਾਰ ਲਾਉਂਦੀ ਹੈ ਅਸੀਂ ਕਰਦੇ ਹਾਂ। ਤੇ ਸਰਕਾਰ ਵਾਲਿਆਂ ਨੇ ਕੀ ਦਿੱਤਾ? ਇਹਨਾਂ ਨੇ ਵੀ ਕੁਝ ਨਹੀਂ ਦਿੱਤਾ। ਕਿਸੇ ਨੇ ਤਨਖਾਹਾਂ ਵੀ ਨਹੀਂ ਦੇ ਸਕੇ ਆਪਦੀਆਂ, ਸਾਰੇ ਚੁੱਪ ਕਰ ਗਏ, 1-2 ਵਜ਼ੀਰ ਦੇ ਕੇ ਦੂਜੇ ਚੁੱਪ ਹੀ ਕਰ ਗਏ। ਸੋ ਇਹ ਇੱਥੇ ਇਹੋ ਜਿਹੇ ਤਾਨੇ ਮਿਹਨੇ ਦੇਣ ਦੀ ਲੋੜ ਨਹੀਂ। ਸਰਕਾਰ ਆਪੋਜੀਸ਼ਨ ਨੂੰ ਨਾਲ ਤਾਂ ਲਵੇ ਨਾ, ਕੋਈ ਮੀਟਿੰਗ ਕਰਕੇ ਦੱਸੇ ਤਾਂ ਸਹੀ ਨਾ ਵੀ ਕੀ ਲੈਣਾ ਚਾਹੁੰਦੀ ਹੈ ਆਪੋਜੀਸ਼ਨ ਤੋਂ। ਸਰਕਾਰ ਇਹ ਸਪਸ਼ਟਤਾ ਕਰੇ ਨਾ ਵੀ ਸਾਥੋਂ ਲੈਣਾ ਕੀ ਚਾਹੁੰਦੀ ਹੈ, ਸਾਥੋਂ ਕਿੱਥੇ ਮਦਦ ਲੈਣਾ ਚਾਹੁੰਦੀ ਹੈ। ਜੇ ਫਿਰ ਅਸੀਂ ਭੱਜਾਂਗੇ ਫਿਰ ਸਾਨੂੰ ਕਹਿਣ ਉਹ ਤਾਂ ਮਦਦ ਲੈਣਾ ਹੀ ਨਹੀਂ ਚਾਹੁੰਦੇ ਕਿਸੇ ਗੱਲ ਦੇ ਉੱਤੇ। ਸਾਰਾ ਕ੍ਰੈਡਿਟ ਆਪ ਲੈਣ ਦੀ ਗੱਲ ਦੇ ਵਿੱਚ ਹੀ ਉਲਝ ਗਏ ਆ। ਇਹਨਾਂ ਤੋਂ ਕੱਲਿਆਂ ਤੋਂ ਤਾਣਾ ਬਾਣਾ ਸੂਤ ਨਹੀਂ ਆਇਆ। ਹੁਣ ਐਵੇਂ ਹੱਥ ਪਰਾਲੇ ਮਾਰਦੇ ਫਿਰਦੇ ਆ। ਗੱਲ ਤਾਂ ਕਸੂਰ ਤਾਂ ਸਾਰਾ ਸਰਕਾਰ ਦਾ, ਇਹਨਾਂ ਤੋਂ ਆਪ ਨਹੀਂ ਸਾਂਭਿਆ ਗਿਆ। ਆਪੋਜੀਸ਼ਨ ਨੇ ਤਾਂ ਕਦੇ ਕਿਹਾ ਹੀ ਨਹੀਂ, ਅਸੀਂ ਤਾਂ ਕਦੇ ਕਿਹਾ ਹੀ ਨਹੀਂ। ਸਾਥੋਂ ਤਾਂ ਜੋ ਦੱਸਣ ਵੀ ਕੀ, ਅੱਜ ਵੀ ਅਸੀਂ ਤਾਂ ਤਿਆਰ ਹਾਂ ਵੀ ਕੀ ਮਦਦ ਲੈਣੀ ਚਾਹੁੰਦੇ, ਅਸੀਂ ਤੋਂ ਮਦਦ ਦੇਣ ਨੂੰ ਤਿਆਰ ਹਾਂ। ਸਰ ਕਣਕ ਨੂੰ ਲੈ ਕੇ ਸਰਕਾਰ ਦੇ ਪ੍ਰਬੰਧ ਕਿਵੇਂ ਦੇ ਰਹੇ ਤੁਹਾਡੇ ਮੁਤਾਬਕ ਜੀ? ਦੇਖੋ ਜਿਹੜਾ ਰਾਸ਼ਨ ਦਿੱਲੀੋਂ ਆਇਆ ਹੁਣ ਰੌਲਾ ਪਈ ਜਾਂਦਾ। ਪਾਸਵਾਨ ਜੀ ਵੀ ਬੋਲੇ ਨੇ, ਹੋਰ ਵੀ ਬੋਲੇ ਨੇ ਵੀ ਅਸੀਂ ਕੋਈ 800 ਕਰੋੜ ਰੁਪਏ ਦਾ ਦਾਲਾਂ ਤੇ ਕਣਕ ਇੱਥੋਂ ਭੇਜੀ ਹੈ, ਜਿਹੜੀ ਇਹਨਾਂ ਤੋਂ ਵੰਡੀ ਨਹੀਂ ਗਈ। ਹਲੇ ਵੰਡਣ ਮੈਨੂੰ ਪਈ ਆ, ਹਲੇ ਕਿਤੇ ਵੀ ਨਹੀਂ ਵੰਡੀ ਗਈ। ਈਵਨ ਪਹਿਲਾਂ ਤਾਂ ਕਾਰਡ ਕੱਟ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ 10 ਕਾਰਡ ਮੇਰੇ ਹਲਕੇ ਦੇ ਵਿੱਚ ਕੱਟਤਾ, ਜਿਹੜੇ ਬਿਲਕੁਲ ਗਰੀਬ ਹੈ। ਮੈਂ ਕਹਿੰਦਾ ਪੜਤਾਲ ਕਰਾ ਲਓ, ਜੇ ਕੋਈ ਵੀ ਇੱਕ ਬੰਦਾ ਵੀ ਉਹਦੇ ਚੋਂ ਸਹੀ ਹੋਵੇ, ਜਿਹਦਾ ਕੱਟਿਆ ਗਿਆ ਹੋਵੇ ਕਿ ਇਹਦਾ ਕਿ ਜੈਨੂਅਨ ਬਣਦਾ ਨਹੀਂ ਸੀ, ਐਵੇਂ ਬਣਾਈ ਬੈਠਾ ਸੀ, ਲੇਬਰ ਕਰਨ ਵਾਲੀ ਕਲਾਸ ਦੇ ਕਾਰਡ ਵੜ ਤੇ ਉਹ ਵਿਚਾਰੇ ਤੁਰੇ ਫਿਰਦੇ ਨੇ। ਤੇ ਫਿਰ ਇਹ ਕਣਕ ਉਹਨਾਂ ਨੂੰ ਦਿੰਦੇ ਨਹੀਂ ਖਾਣ ਨੂੰ, ਜਿਨ੍ਹਾਂ ਨੂੰ ਪਹਿਲਾਂ ਆਪਦੇ ਕਾਰਡ ਬਣਾ ਕੇ ਦੇਤੀ, ਚੰਗੇ ਬੰਦੇ ਵਿੱਚ ਹੈਗੇ ਨੇ, ਉਹਨਾਂ ਨੂੰ ਦੇਤੀ, ਉਹਨੂੰ ਦੇਈ ਜਾਂਦੇ ਨੇ, ਨਾ ਗੱਲ ਸੁਣਦੇ ਨੇ। ਸੋ ਸੈਂਟਰ ਦੀ ਕਣਕ ਤਾਂ ਵੰਡ ਦੇਣ, ਆਪਦੀ ਤਾਂ ਚਲੋ ਵੰਡਣ ਨਾ ਵੰਡਣ, ਜਿਹੜੀ ਸੈਂਟਰ ਤੋਂ ਆਈ ਤਾਂ ਵੰਡ ਦੇਣ। ਫਿਰ ਕਹਿੰਦੇ ਸੈਂਟਰ ਤੋਂ ਕੋਈ ਪੈਸਾ ਨਹੀਂ ਆਉਂਦਾ। 121 ਕਰੋੜ ਰੁਪਈਆ ਤੇ ਮੰਦੇ ਨੇ ਵੀ ਆ ਗਿਆ ਆਪਦੇ ਕੋਲੇ। ਚਲੋ ਦੂਜਾ 6200 ਕਰੋੜ ਜਿਹੜਾ ਪਹਿਲਾਂ ਪਿਆ, ਇਹਨਾਂ ਨੇ ਕਿਤੇ ਹੋਰ ਵਰਤ ਲਿਆ, ਉਹਦਾ ਛੱਡੋ। 121 ਕਰੋੜ 'ਚ ਇਹਨੇ 40 ਕਰੋੜ ਰੁਪਈਆ ਜਾਰੀ ਕੀਤਾ ਡੀਸੀਆਂ ਨੂੰ, ਉਹਦੇ 'ਚੋਂ ਸਿਰਫ 12 ਕਰੋੜ ਕਾ ਡੀਸੀਆਂ ਨੇ ਵੰਡਿਆ। 121 ਕਰੋੜ ਤਾਂ ਲਾਓ, ਫਿਰ ਹੋਰ ਮੰਗ ਲਓ। ਅਸੀਂ ਨਾਲ ਚੱਲਣ ਨੂੰ ਤਿਆਰ ਹਾਂ। ਦਿੱਲੀ ਜਦੋਂ ਕਹਿਣਗੇ ਅਸੀਂ ਨਾਲ ਚੱਲ ਕੇ ਕਹਿ ਦਿੰਦੇ, ਜਿਹੜਾ ਸਾਨੂੰ ਵਰਤਣ ਤਾਂ ਸਹੀ, ਲਿਜਾਣ ਤਾਂ ਸਹੀ ਦਿੱਲੀ ਲੈ ਚੱਲਣ ਨਾਲ, ਪਰ ਕਰ ਦਿੱਤਾ ਕੋਈ ਵਰਤਣਾ ਤਾਂ ਚਾਹੁੰਦੇ ਨਹੀਂ। ਸਾਰਾ ਕੰਮ ਤਾਂ ਆਪਦੇ ਹੱਥ 'ਚ ਹੀ ਰੱਖਣਾ ਚਾਹੁੰਦੇ ਨੇ। ਮੋਦੀ ਸਰਕਾਰ ਨੇ ਬਹੁਤ ਵਿਤਕਰਾ ਕੀਤਾ, ਉਸ ਵਿਤਕਰੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਦੋਸ਼ੀ ਹੈਗੇ ਨੇ। ਉਲਟਾ ਸਾਨੂੰ ਮਦਦ ਕੀ ਕਰਨੀ ਹੈਗੀ, ਜਿਹੜੇ GST ਦਾ ਪੈਸਾ ਬਣਦਾ ਸੀ ਉਹ ਵੀ ਨਹੀਂ ਸਾਡਾ ਦਿੱਤਾ ਜੀ ਹੁਣ ਤੱਕ। ਔਰ ਅਪ੍ਰੈਲ ਮਹੀਨੇ 'ਚ 4000 ਕਰੋੜ ਦਾ ਪੰਜਾਬ ਸਰਕਾਰ ਨੂੰ ਘਾਟਾ ਪੈ ਗਿਆ ਜੀ।
ਵੇਖੋ GST ਬਾਰੇ ਤਾਂ ਸਰਕਾਰ ਨੂੰ ਜ਼ਿਆਦਾ ਦੋਨਾਂ ਨੂੰ ਪਤਾ ਹੋ ਸਕਦਾ, ਮੈਨੂੰ ਤਾਂ ਇਹਦੇ ਬਾਰੇ ਕੋਈ ਪਤਾ ਨਹੀਂ ਹੈਗਾ। ਪਰ ਮੈਂ ਇਹ ਨਹੀਂ ਮੰਨਦਾ ਕਿ ਇਕੱਲੇ ਪੰਜਾਬ ਨਾਲ ਕੋਈ ਵਿਤਕਰਾ ਉਹਨਾਂ ਨੇ ਇਸ ਤੌਰ ਤੇ ਕੀਤਾ ਹੋਵੇ, GST ਪੰਜਾਬ ਨੂੰ ਨਾ ਦਿੱਤੀ ਹੋਵੇ, ਬਾਕੀ ਸੂਬਿਆਂ ਨੂੰ ਦਿੱਤੀ ਹੋਵੇ। ਜੇ GST ਘਟੀ ਹੈ ਤਾਂ ਸਾਰੇ ਦੇਸ਼ ਦੀ ਘਟੀ ਹੈ, ਸਾਰੇ ਦੇਸ਼ 'ਚ ਉੱਥੇ GST ਗਈ ਨਹੀਂ ਕਿਸੇ ਸੂਬਿਆਂ ਦੇ ਵਿੱਚੋਂ, ਫਿਰ ਉਹ ਸਾਰੇ ਸੂਬਿਆਂ ਤੇ ਲਾਗੂ ਹੋਊਗੀ ਗੱਲ। ਇਹਦੀ ਆਪਾਂ ਪੜਤਾਲ ਕਰ ਲੈਂਦੇ ਆ, ਪਰ ਮੈਨੂੰ ਨਹੀਂ ਲੱਗਦਾ ਕਿ ਇਕੱਲੇ ਪੰਜਾਬ ਨਾਲ ਇਹ ਗੱਲ ਕੀਤੀ ਹੋਵੇ ਤੇ ਬਾਕੀ ਸੂਬਿਆਂ ਨੂੰ ਦੇਤੀ ਹੋਵੇ, ਇਹਨਾਂ ਨੂੰ ਨਾ ਦਿੱਤੀ ਹੋਵੇ। ਤੁਸੀਂ ਵੀ ਪੜਤਾਲ ਕਰ ਲਓ, ਅਸੀਂ ਵੀ ਕਰ ਲੈਂਦੇ ਆ। ਇਹ ਸੰਭਵ ਨਹੀਂ ਹੈਗਾ ਕਿ ਇੱਕ ਸੂਬੇ ਨਾਲ ਵਿਤਕਰਾ ਕਰਨ, ਇਹ ਕਰ ਨਹੀਂ ਸਕਦੇ ਕਦੇ ਵੀ। ਸਰ ਇੱਕ ਹੋਰ ਜਿਹੜਾ ਮਸਲਾ ਤੁਸੀਂ ਕਹਿ ਰਹੇ ਕਿ ਸੈਂਟਰ ਨੇ ਪੈਸੇ ਦਿੱਤੇ ਹੈਗੇ, ਪੰਜਾਬ ਕਹਿੰਦੇ ਕਿ ਸਾਨੂੰ ਤਾਂ ਪੈਸਾ ਦਿੱਤਾ ਨਹੀਂ ਹੈਗਾ ਜੀ। ਹਰਸਿਮਰਤ ਕੌਰ ਬਾਦਲ ਵੀ ਵਾਰ-ਵਾਰ ਦੱਸ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਝੂਠ ਬੋਲਿਆ ਜਾ ਰਿਹਾ, ਮਨਪ੍ਰੀਤ ਸਿੰਘ ਬਾਦਲ ਕਹਿ ਰਹੇ ਕਿ ਸੈਂਟਰ ਝੂਠ ਬੋਲ ਰਿਹਾ ਹੈਗਾ, ਸੈਂਟਰ ਦੇ ਜਿਹੜੇ ਵਜ਼ੀਰ ਉਹ ਝੂਠ ਬੋਲ ਰਹੇ ਨੇ। 121 ਕਰੋੜ ਤਾਂ ਇਹ ਮੰਨਦੇ ਨੇ, ਦਾਲਾਂ ਤੇ ਕਣਕ ਵੀ ਇਹ ਮੰਨਦੇ ਨੇ ਵੀ ਆ ਗਈ ਸਾਡੇ ਕੋਲੇ, ਤੇ 121 ਕਰੋੜ ਚੋਂ ਅਸੀਂ ਦੱਸੀ ਜਾਂਦੇ ਵੀ 40 ਕਰੋੜ ਹੀ ਜਾਰੀ ਕੀਤਾ ਡੀਸੀ ਨੂੰ, ਦੂਜਾ ਤਾਂ ਜਾਰੀ ਨਹੀਂ ਕੀਤਾ। ਉਹਨਾਂ ਨੇ ਕਿਹਾ 12 ਕਰੋੜ ਹੀ ਵੰਡਿਆ, ਉਹਨਾਂ ਨੇ ਵੀ 40 ਨਹੀਂ ਵੰਡਿਆ। ਇਹ 121 ਕਰੋੜ ਤਾਂ ਹੈਗੇ ਹੀ, ਇਹ ਤਾਂ ਸਾਰੇ ਮੰਨਦੇ ਨੇ, ਇਹ ਵੀ ਮੰਨਦੇ ਨੇ। ਤੇ ਉਹ ਤਾਂ ਲਾ ਦੇਣ, ਪਹਿਲਾਂ ਉਹ ਤਾਂ ਲਾ ਦੇਣ, ਦੂਜਾ ਫਿਰ ਮੰਗਣ ਵਾਲਾ ਹੋ ਜਾਣ। ਸੋ ਇਸ ਕਰਕੇ ਪੰਜਾਬ ਸਰਕਾਰ ਬਿਲਕੁਲ ਆਪਦੀਆਂ ਨਾਕਾਮੀਆਂ ਲੁਕੋ ਕੇ ਸਾਰਾ ਸੈਂਟਰ ਦੇ ਸਿਰ ਮੜਨਾ ਚਾਹੁੰਦੀ ਹੈ। ਸਾਰਾ ਕੁਝ ਸੈਂਟਰ ਤੇ ਨਾ ਛੱਡਣ, ਕੁਛ ਆਪ ਵੀ ਕਰਨਾ ਹੁੰਦਾ। ਸੂਬੇ ਵੀ ਹੈ, ਸਰਕਾਰਾਂ ਵੀ ਹੈ, ਇਹ ਆਪ ਵੀ ਕਰਨਾ ਹੁੰਦਾ। ਦੂਜੇ ਸੂਬੇ ਕਿਵੇਂ ਆਪ ਕਰੀ ਜਾਂਦੇ ਨੇ, ਕੇਰਲਾ ਵਾਲੇ ਆ, ਤਾਮਿਲਨਾਡੂ ਵਾਲੇ ਆ, ਆਂਧਰਾ ਵਾਲੇ ਆ, ਦਿੱਲੀ ਵਾਲੇ ਆ, ਉਹ ਸਾਰਾ ਆਪ ਕਿਵੇਂ ਕਰੀ ਜਾਂਦੇ। ਇਹ ਕਿਉਂ ਸੈਂਟਰ ਦੇ ਮੂੰਹ ਕਿ ਨਹੀਂ ਝਾਕੀ ਜਾਂਦੇ ਇਕੱਲਾ ਹੀ। ਤੇ ਜੇ ਸੈਂਟਰ ਮੰਨ ਲਓ ਵੀ ਚੱਲ ਸੈਂਟਰ ਨੇ ਨਹੀਂ ਦਿੱਤਾ, ਫਿਰ ਇਹ ਫਿਗਰਾਂ ਪੇਸ਼ ਕਰਨ ਸਾਰੀਆਂ, ਜਿਹੜਾ ਕੋਈ ਹੈਗਾ ਇਹਨਾਂ ਕੋਲ ਕਰਨ, ਤੇ ਨਾਲ ਆਪੋਜੀਸ਼ਨ ਨੂੰ ਲੈਣ, ਇਹ ਸਾਰਾ ਇਕੱਠੇ ਹੋ ਕੇ ਦੱਸਣ। ਉਹ ਕੰਮ ਤਾਂ ਇਹ ਕਰ ਨਹੀਂ ਰਹੇ, ਤਾਂ ਬਦਨਾਮੀ ਕਰਨਾ ਚਾਹੁੰਦੇ ਸੈਂਟਰ ਸਰਕਾਰ ਦੀ। ਉਹੋ ਜੀ ਪੈਸੇ ਪੂਸੇ ਵਾਲੀ ਗੱਲ ਨਹੀਂ ਹੈਗੀ। ਇਹ ਨਹੀਂ ਹੋ ਸਕਦਾ ਕਿ ਸੈਂਟਰ ਇਕੱਲੇ ਪੰਜਾਬ ਨਾਲ ਵਿਤਕਰਾ ਕਰੇ। ਇੱਕ ਹੋਰ ਤੁਹਾਨੂੰ ਲੱਗਦਾ ਕਿ ਸਾਰੀਆਂ ਸਰਕਾਰਾਂ ਨੂੰ ਸ਼ਰਾਬ ਖੋਲ੍ਹ ਦਿੱਤੀ ਹੈਗੀ, ਪੰਜਾਬ ਸਰਕਾਰ ਨੇ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ ਹੈਗੀ ਕਿ ਹਾਂ ਇਸ ਤੋਂ ਇਨਕਮ ਹੋ ਸਕਦੀ ਹੈ, ਘਰਾਂ 'ਚ ਸ਼ਰਾਬ ਡਿਲੀਵਰੀ ਕਰਨੀ, ਉਹਨੂੰ ਕਿਵੇਂ ਦੇ ਜੀ? ਵੇਖੋ ਬਹੁਤ ਮਾੜੀਆਂ ਨਵੀਆਂ ਰਵਾਇਤਾਂ ਨੇ। ਵੈਸੇ ਤਾਂ ਸ਼ਰਾਬ ਪੰਜਾਬ 'ਚ ਬੰਦ ਹੀ ਨਹੀਂ ਹੋਈ, ਠੇਕੇ ਬੰਦ ਹੀ ਨਹੀਂ ਹੋਏ, ਖੁੱਲ੍ਹੇ ਹੀ ਰਹੇ, ਮਗਰਲੇ ਦਰਵਾਜ਼ੇ ਤਾਈਂ ਸ਼ਰਾਬ ਵਿਕਦੀ ਰਹੀ, ਕਿਉਂਕਿ ਸਾਰੇ ਠੇਕੇ ਹੀ ਕਾਂਗਰਸੀਆਂ ਕੋਲੇ ਆ। ਹੁਣ ਉਹ ਠੇਕੇਦਾਰ ਦਬਾਅ ਪਾਉਣਾ ਚਾਹੁੰਦੇ, ਸ਼ਰਾਬ ਤੋਂ ਵੇਚੀ ਜਾਂਦੇ, ਉਦੋਂ ਦੇ ਬੰਦ ਹੀ ਨਹੀਂ ਹੋਇਆ ਕਿਤੇ। ਮੇਰੇ ਹਲਕੇ 'ਚ ਇੱਕ ਵੀ ਠੇਕਾ ਬੰਦ ਨਹੀਂ ਸੀਗਾ ਸਾਰੇ। ਤੇ ਉਹ ਹੁਣ ਦਬਾਅ ਪਾ ਕੇ ਸਰਕਾਰ ਤੋਂ ਇਸ ਦੀ ਰਿਆਇਤ ਲੈਣਾ ਚਾਹੁੰਦੇ ਨੇ, ਫਾਇਦਾ ਲੈਣਾ ਚਾਹੁੰਦੇ ਨੇ, ਤਾਂ ਉਹ ਵਿਖਾਵਾ ਕਰ ਰਹੇ ਆ ਖੋਲ੍ਹਣ ਦਾ। ਠੇਕੇ ਤਾਂ ਖੁੱਲ੍ਹੇ ਆ, ਮਗਰ ਦੀ ਸਾਰੀ ਸ਼ਰਾਬ ਤਾਂ ਵਿਕੀ ਜਾਂਦੀ ਹੈ, ਸਾਰਿਆਂ ਨੂੰ ਮਿਲਦੀ ਹੈ। ਪੰਜਾਬ ਸਰਕਾਰ ਘਰਾਂ 'ਚ ਵੀ ਦੇਣ ਜਾ ਰਹੀ ਨਾ, ਡਿਲੀਵਰੀ, ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ। ਬਾਹਰ ਦਿੱਲੀ ਹੋਰ ਥਾਂ ਲੈਣਾ ਲੱਗ ਗਈਆਂ ਸੀ ਸ਼ਰਾਬ ਲੱਗਣ ਦੀਆਂ, ਪੰਜਾਬ 'ਚ ਕਿਉਂ ਨਹੀਂ ਲੱਗੀਆਂ? ਪੰਜਾਬ 'ਚ ਤਾਂ ਹੀ ਨਹੀਂ ਲੱਗੀਆਂ ਕਿ ਸ਼ਰਾਬ ਤਾਂ ਮਿਲ ਹੀ ਜਾਂਦੀ ਹੈ ਲੋਕਾਂ ਨੂੰ, ਲੈਣਾ ਕਾਹਦੇ ਵਾਸਤੇ ਲੱਗਣੀਆਂ ਸੀ? ਉੱਥੇ ਲੈਣਾ ਲੱਗੀਆਂ ਕਿੰਨੀਆਂ ਲੰਮੀਆਂ, ਇੱਥੇ ਲੈਣ ਕਿਤੇ ਲੱਗੀ ਨਹੀਂ। ਤੇ ਠੇਕੇ ਖੋਲ੍ਹਣ ਦੀ ਲੋੜ ਹੀ ਨਹੀਂ, ਜਦੋਂ ਮਗਰ ਦੀ ਤਾਂ ਵਿਕੀ ਤਾਂ ਸਾਰੀ ਵੇਚੀ ਤਾਂ ਜਾਂਦਾ ਹੀ ਹੈ ਕਾਂਗਰਸ। ਲੱਗਦਾ ਕਿ ਇਨਕਮ ਸ਼ਰਾਬ ਤੋਂ ਬਹੁਤ ਜ਼ਿਆਦਾ ਹੋ ਜਾਂਦੀ ਸਰਕਾਰਾਂ ਨੂੰ ਜੀ। ਦੇਖੋ ਸ਼ਰਾਬ ਤੋਂ ਇਨਕਮ ਤਾਂ ਹੈਗੀ ਆ, ਕੋਈ 6000 ਕਰੋੜ ਦੇ 5,500 ਕਰੋੜ 6000 ਕਰੋੜ ਦੀ ਇਨਕਮ ਸ਼ਰਾਬ ਤੋਂ ਸਰਕਾਰ ਨੂੰ ਹਰ ਸਾਲ ਦੇ ਸਾਲ ਤਾਂ ਹੈਗੀ ਹੈ। ਇਹ ਇਨਕਮ ਹੋਰ ਵੀ ਵੱਧ ਸਕਦੀ ਹੈ ਜੇ ਕਿਤੇ ਸਰਕਾਰ ਸ਼ਰਾਬ ਦੀ ਜਿਹੜੀ ਵਿਕਰੀ ਹੈ ਇਹਨੂੰ ਸਰਕਾਰੀ ਕਰਦੇ, ਜਿਵੇਂ ਹੁਣ ਆਪਣੇ ਕੋਲ ਹਾਲਾਤ ਨੇ ਇਸ ਵੇਲੇ। ਜੇ ਸਰਕਾਰੀ ਕਰਦੇ ਮੈਨੂੰ ਲੱਗਦਾ ਇਨਕਮ ਡੇਢੀ ਤਾਂ ਪੱਕੀ ਹੋ ਜਾਏਗੀ, ਬਲ ਤਾਂ ਡਬਲ ਹੋ ਜਾਏਗੀ, ਨਹੀਂ ਡੇਢੀ ਤਾਂ ਪੱਕੀ ਹੋ ਜਾਏਗੀ। ਜੇ ਇਹਨੂੰ ਸਰਕਾਰ ਜਿਵੇਂ ਦਿੱਲੀ 'ਚ ਹੈ ਇਉਂ ਕਰਦੇ, ਸਰਕਾਰੇ ਠੇਕੇਦਾਰਾਂ ਤੋਂ ਨਾ ਤਾਂ ਇਹ ਖਹਿੜਾ ਛੁੱਟ ਜੂਗਾ। ਥੋੜ੍ਹੇ ਜਿਹੇ ਬੰਦੇ ਆ ਠੇਕੇਦਾਰ, ਜਿਹਦੀ ਸਰਕਾਰ ਹੁੰਦੀ ਹੈ ਉਹਦੇ ਦਾਲੇ ਵਾਲੇ ਘੁੰਮ ਜਾਂਦੇ ਨੇ। ਤੇ ਜੇ ਕਿਤੇ ਸਰਕਾਰੀ ਇਹ ਹੋ ਜਾਣ, ਮੈਨੂੰ ਲੱਗਦਾ ਸਿਸਟਮ, ਇਹਦੇ ਨਾਲ ਡੇਢੀ ਤਾਂ ਪੱਕੀ ਹੋ ਜਾਏਗੀ, ਬਲ ਤਾਂ ਦੁੱਗਣੀ ਹੋ ਜਾਏਗੀ। ਉਹ ਕਹਿ ਰਹੇ ਕਿ ਪੰਜਾਬ ਦੇ ਵਿੱਚ ਸ਼ਰਾਬ ਬੰਦ ਹੋਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸ਼ਰਾਬ ਨੂੰ ਪ੍ਰਮੋਟ ਕੀਤਾ, ਕਾਂਗਰਸ ਵੀ ਪ੍ਰਮੋਟ ਕਰ ਰਹੀ ਹੈ। ਪੰਜਾਬ 'ਚ ਤਾਂ ਸ਼ਰਾਬ ਬਿਲਕੁਲ ਨਹੀਂ ਚਾਹੀਦੀ ਹੈਗੀ, ਪਾਬੰਦੀ ਚਾਹੀਦੀ ਹੈਗੀ। ਇਹ ਵੀ ਤਾਂ ਹੈ, ਨਸ਼ਾ ਹੀ ਹੈ ਜੀ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਪੰਜਾਬ ਨਹੀਂ, ਹਿੰਦੁਸਤਾਨ ਹੀ ਨੂੰ ਦੇਵੀ ਦੇਵਤਿਆਂ ਦੀ ਧਰਤੀ ਕਿਹਾ ਜਾਂਦਾ। ਪੰਜਾਬ ਨੂੰ ਤਾਂ ਬਹੁਤ ਰਿਸ਼ੀਆਂ ਮੁਨੀਆਂ, ਦੇਵੀ ਦੇਵਤਿਆਂ, ਗੁਰੂ ਸਾਹਿਬਾਨ ਦੀ ਧਰਤੀ ਹੈ, ਜਿੱਥੇ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਸਾਹਿਬਾਨ ਨੇ ਆ ਕੇ ਇਸ ਧਰਤੀ ਦੇ ਚੱਪੇ ਚੱਪੇ ਤੇ ਚਰਨ ਪਾਇਆ। ਮੈਂ ਕਹਿੰਦਾ ਬਿਲਕੁਲ ਠੀਕ ਹੈ, ਕੋਈ ਹੋਰ ਸਾਧਨ ਲੱਭ ਲੈਣ, ਸ਼ਰਾਬ ਪੰਜਾਬ 'ਚੋਂ ਜੇ ਬੰਦ ਕਰ ਦੇਣ, ਬਹੁਤ ਵੱਡਾ ਭਲਾ ਹੋ ਜਾਊਗਾ ਪੰਜਾਬ ਦਾ। ਹੋਰ ਬਥੇਰੇ ਸਾਧਨ ਨਿਕਲੇ ਆਉਣਗੇ ਆਮਦਨੀ ਵਾਸਤੇ। ਮੈਂ ਤਾਂ ਕਹਿੰਦਾ ਸਾਰੇ ਦੇਸ਼ 'ਚ ਹੀ ਬੰਦ ਕਰ ਦੇਣੀ ਚਾਹੀਦੀ ਹੈ। ਦੇਸ਼ ਕਰਦਾ ਨਹੀਂ ਕਰਦਾ, ਪੰਜਾਬ 'ਚੋਂ ਤਾਂ ਜੇ ਬੰਦ ਹੋ ਜਾਏ ਤਾਂ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੀ ਹੈ। ਪੰਜਾਬ ਦਾ ਜਿਹੜਾ ਅਰਥਚਾਰਾ ਹੈਗਾ ਉਹਦੇ 'ਚ ਪ੍ਰਵਾਸੀ ਮਜ਼ਦੂਰਾਂ ਦੀ ਬਹੁਤ ਜ਼ਿਆਦਾ ਭੂਮਿਕਾ ਹੈਗੀ ਜੀ। ਛੋਟੇ ਛੋਟੇ ਕਾਰੋਬਾਰ ਤੋਂ ਲੈ ਕੇ ਵੱਡੇ ਵੱਡੇ ਕਾਰੋਬਾਰ, ਖੇਤੀਬਾੜੀ ਵੀ, ਉਹ ਹੌਲੀ ਹੌਲੀ ਜਾ ਰਹੇ ਨੇ ਆਪਣੇ ਆਪਣੇ ਸੂਬਿਆਂ ਦੇ ਵਿੱਚ। ਤਾਂ ਲੱਗਦਾ ਕਿ ਪੰਜਾਬ ਦੇ ਵਾਸਤੇ ਵੱਡੀ ਚੁਣੌਤੀ ਹੋ ਜਾਏਗੀ ਲੇਬਰ ਦੇ ਮਸਲੇ 'ਚ ਜੀ। ਹਾਂ ਬਿਲਕੁਲ, ਮੈਨੂੰ ਲੱਗਦਾ ਕਿਉਂਕਿ ਬਾਜਵਾ ਸਾਹਿਬ ਨੇ ਮੰਗ ਕੀਤੀ ਹੈ, ਕਾਂਗਰਸ ਦੇ ਸਾਰਿਆਂ ਨੇ, ਬਾਕੀਆਂ ਨੇ ਵੀ ਮੰਗ ਕੀਤੀ ਹੈ, ਲੀਡਰਾਂ ਨੇ, ਕਿ ਇਹਨਾਂ ਨੂੰ ਜਾਣ ਨਹੀਂ ਦੇਣਾ ਚਾਹੀਦਾ। ਜੇ ਹੁਣ ਲੇਬਰ ਉੱਠ ਗਈ ਤੇ ਮੂਹਰੇ ਝੋਨੇ ਦੀ ਲਵਾਈ ਹੈ, ਇੰਡਸਟਰੀਆਂ ਚਲਾਉਣੀਆਂ ਨੇ, ਉਹ ਕਿਵੇਂ ਚੱਲਣਗੀਆਂ? ਸੋ ਮੈਨੂੰ ਲੱਗਦਾ ਵੀ ਗੌਰਮੈਂਟ ਇਹਨਾਂ ਤੋਂ ਖਹਿੜਾ ਚੜਾਉਣਾ ਚਾਹੁੰਦੀ ਹੈ ਵੀ ਇਹਨਾਂ ਨੂੰ ਕਿੱਥੇ ਲੰਗਰ ਦੇਵਾਂਗੇ, ਕਿੱਥੇ ਰੋਟੀ ਦੇਵਾਂਗੇ, ਸਾਹਮਣੇ ਪੈਣਗੇ। 2 ਮਹੀਨੇ ਜਾਂਦੇ ਤਾਂ ਜਾਣ, ਸਾਡੇ ਕੋਲੋਂ ਲੈਣ, ਆਪੇ ਇੰਡਸਟਰੀ ਚੱਲੇ ਨਾ ਚੱਲੇ, ਝੋਨੇ ਦੀ ਬਿਜਾਈ ਹੋਵੇ ਨਾ ਹੋਵੇ। ਸੋ ਸਰਕਾਰ ਇਹ ਲਾਪਰਵਾਹੀ ਵਰਤ ਰਹੀ ਹੈ। ਮੈਨੂੰ ਲੱਗਦਾ ਵੀ ਇਹਨਾਂ ਨੂੰ ਨਹੀਂ ਜਾਣ ਦੇਣਾ ਚਾਹੀਦਾ, ਕਿਵੇਂ ਨਾ ਕਿਵੇਂ ਬਰਿਆ ਤਰਿਆ ਕੇ ਇੱਥੇ ਹੀ ਰੱਖਣਾ ਚਾਹੀਦਾ। ਨਹੀਂ 20 ਦਿਨਾਂ ਨੂੰ ਕਿਵੇਂ ਮੁੜ ਕੇ ਆਉਣਗੇ? ਇਹ ਨਹੀਂ ਆਉਣਾ ਇਹਨਾਂ ਨੇ ਮੁੜ ਕੇ 20 ਦਿਨਾਂ। ਪਰ ਇਹ ਸਰਕਾਰ ਤਾਂ ਕਹਿੰਦੀ 35 ਕਰੋੜ ਰੁਪਏ ਰੱਖਦਾ, ਕਿਉਂਕਿ ਕਾਂਗਰਸ ਪਾਰਟੀ ਦੀ ਸੋਨੀਆ ਗਾਂਧੀ ਦਾ ਹੁਕਮ ਸੀ ਕਿ ਜਿਹੜੇ ਜਾਣਾ ਚਾਹੁੰਦੇ ਹੈਗੇ ਉਹਨਾਂ ਦੀ ਟਿਕਟ ਦਾ ਖਰਚਾ ਕਾਂਗਰਸ ਪਾਰਟੀ ਕਰੂਗੀ। ਨਹੀਂ, ਉਹ ਤਾਂ ਸੈਂਟਰ ਗਵਰਨਮੈਂਟ ਨੇ ਕਿਹਾ ਕਿ 75% ਅਸੀਂ ਕਰਾਂਗੇ।
25% ਸੂਬੇ ਕਰਨਗੇ। ਸੈਂਟਰ ਗਵਰਨਮੈਂਟ ਨੇ ਇੱਕ ਫਾਰਮੂਲਾ ਬਣਾਇਆ ਰੇਲਵੇ ਦਾ ਕਿ ਜਿਹੜੇ ਵੀ ਕੋਈ ਲੇਬਰ ਉੱਧਰ ਜਾਣਾ ਚਾਹੁੰਦੀ ਹੈ ਜਾਂ ਲੋਕ ਵੀ ਆਉਣਾ ਜਾਣਾ ਚਾਹੁੰਦੇ ਨੇ ਵੀ ਉਹਦੇ ਤੇ 75% ਸੈਂਟਰ ਸਰਕਾਰ ਦੇਗੀ, 25% ਸੂਬੇ ਸਰਕਾਰ ਦੇਣਗੇ। ਉਹ ਫਾਰਮੂਲਾ ਤੈਅ ਹੋਇਆ। ਅੱਛਾ ਕਰੋ ਹੁਣ, ਕਿਉਂਕਿ ਆਪਣੇ ਜਿਹੜੇ ਪੰਜਾਬੀ ਵੱਖ-ਵੱਖ ਮੁਲਕਾਂ ਦੇ ਵਿੱਚ ਰੋਜੀ ਰੋਟੀ ਵਾਸਤੇ ਗਏ ਨੇ ਉਹ ਵਾਪਸ ਆਉਣਾ ਚਾਹੁੰਦੇ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਡਰ ਕੇ ਉਹਨਾਂ ਦੇ ਕਰਕੇ ਹੋਰ ਸਾਨੂੰ ਲੋੜ ਪਏਗੀ, ਸੁਚੇਤ ਹੋਣ ਦੀ ਲੋੜ ਪਏਗੀ। ਸੈਂਟਰ ਨੂੰ ਵੀ ਮਦਦ ਕਰਨੀ ਚਾਹੀਦੀ ਹੈਗੀ ਹੈ। ਜਿਹੜੇ ਹੁਣ ਲੋਕ ਉੱਥੋਂ ਵਾਪਸ ਆ ਰਹੇ, ਜੇ ਅਰਬ ਕੰਟਰੀਆਂ 'ਚ ਆ ਰਹੇ, ਜੇ ਯੂਰਪੀਅਨ ਕੰਟਰੀਆਂ 'ਚ ਆ, ਲੱਗਦਾ ਕਿ ਇਹ ਵੀ ਇੱਕ ਵੱਡੀ ਚੁਣੌਤੀ ਹੈਗੀ ਜੀ। ਨਹੀਂ, ਉਹੀ ਸੈਂਟਰ ਦੀ ਫਿਰ ਉੱਥੇ ਆ ਜਾਂਦੀ ਹੈ ਮੁੜ ਕੇ ਵੀ ਸੈਂਟਰ ਮਦਦ ਕਰਨ ਨੂੰ ਤਾਂ ਤਿਆਰ ਹੈ। ਕੋਈ ਪ੍ਰਪੋਜ਼ਲਾਂ ਤਾਂ ਬਣਾਓ ਨਾ ਵੀ ਕਿਸ ਗੱਲ ਦੀ ਖਾਤਰ ਮਦਦ ਚਾਹੀਦੀ, ਆਪਾਂ ਨੂੰ ਕਿੱਥੇ ਮਦਦ ਚਾਹੀਦੀ, ਕੀ ਇਹਨਾਂ ਨੂੰ ਚਾਹੀਦਾ, ਲੋੜੀਦਾ, ਉਹ ਕੋਈ ਦੱਸਣ ਤਾਂ ਸਹੀ। ਇਹਨਾਂ ਤਾਂ ਉਹੀ ਕਹਿਤਾ, ਜਾਖੜ ਸਾਹਿਬ ਬੋਲ ਗਏ ਜੀ 20,000 ਕਰੋੜ ਰੁਪਇਆ ਦਿਓ, ਝੰਡੇ ਹਿਲਾਤੇ ਕੋਠਿਆਂ ਤੇ ਖੜ ਕੇ ਵੀ ਅਸੀਂ ਝੰਡੇ ਹਿਲਾਉਂਦੇ ਮੁਜ਼ਾਹਰੇ ਕਰਦੇ 20,000 ਕਰੋੜ, ਐ ਝੰਡੇ ਹਿਲਾ ਕੇ ਮੁਜ਼ਾਹਰੇ ਕਰਕੇ 20,000 ਕਰੋੜ ਰੁਪਇਆ ਇਹਨਾਂ ਨੂੰ ਮਿਲੇਗਾ। ਪ੍ਰਪੋਜ਼ਲਾਂ ਲੈ ਕੇ ਜਾਣ ਕੀ ਇਹਨਾਂ ਨੇ ਕਿਸ ਵਾਸਤੇ ਪੈਸੇ ਚਾਹੀਦੇ ਨੇ, ਜਾਂ ਨਵੇਂ ਜਿਹੜੇ ਲੋਕ ਆਉਣੇ ਨੇ ਉਹਨਾਂ ਦੇ ਮਸਲੇ ਨੇ, ਉਹ ਸਾਰਾ ਜਦੋਂ ਕੋਈ ਬਣਾ ਕੇ ਲਿਜਾਣਗੇ ਸੈਂਟਰ ਸਰਕਾਰ ਜ਼ਰੂਰ ਜੋ ਇਹਨਾਂ ਦਾ ਬਣਦਾ ਹੱਕ ਉਦੋਂ ਭੋਰਾ ਵੱਧ ਹੀ ਦੇਗੀ, ਘੱਟ ਕਿਉਂ ਦੇਗੀ, ਜ਼ਰੂਰ ਦੇਗੀ। ਜੇ ਇਹਨਾਂ ਨੂੰ ਲੱਗਦਾ ਹੈ ਕਿ ਆਪੋਜੀਸ਼ਨ ਨੂੰ ਨਾਲ ਲੈ ਚੱਲਣ, ਆਪੋਜੀਸ਼ਨ ਜਾਣ ਨੂੰ ਤਿਆਰ ਹੈ। ਉਹ ਕਹਿ ਰਹੇ ਕਿ ਕਿਉਂਕਿ ਇੱਥੇ ਕਾਂਗਰਸ ਦੀ ਸਰਕਾਰ ਹੈਗੀ, ਇਸ ਕਰਕੇ ਵਿਤਕਰਾ ਹੋ ਰਿਹਾ ਜੀ। ਨਹੀਂ, ਇਕੱਲੇ ਹਿੰਦੁਸਤਾਨ 'ਚ ਕਾਂਗਰਸ ਦੀ ਸਰਕਾਰ ਪੰਜਾਬ 'ਚ ਤਾਂ ਨਹੀਂ ਹੈਗੀ, ਹੋਰ ਸੂਬਿਆਂ 'ਚ ਵੀ ਆਪੋਜੀਸ਼ਨ ਦੀਆਂ ਸਰਕਾਰਾਂ ਹੈਗੀਆਂ। ਕਾਂਗਰਸ ਦੀ ਸਰਕਾਰ ਰਾਜਸਥਾਨ 'ਚ ਵੀ ਹੈਗੀ, ਉਹਨਾਂ ਤੇ ਕਦੇ ਰੌਲਾ ਨਹੀਂ ਪਾਇਆ। ਕਾਂਗਰਸ ਦੀ ਸਰਕਾਰ ਕੇਰਲਾ 'ਚ ਵੀ ਹੈਗੀ, ਹੋਰ ਬੰਗਾਲ 'ਚ ਵੀ ਸਰਕਾਰਾਂ ਹੈਗੀਆਂ ਨੇ, ਤਾਮਿਲਨਾਡੂ 'ਚ ਵੀ ਹੈਗੀਆਂ ਨੇ, ਆਂਧਰਾ ਪ੍ਰਦੇਸ਼ 'ਚ ਵੀ ਹੈਗੀਆਂ ਨੇ, ਉੜੀਸਾ 'ਚ ਵੀ ਹੈਗੀਆਂ ਨੇ। ਕਈ ਸੂਬਿਆਂ 'ਚ ਸਰਕਾਰਾਂ ਆਪੋਜੀਸ਼ਨ ਦੀਆਂ, ਉੱਥੇ ਤਾਂ ਕਦੇ ਰੌਲਾ ਨਹੀਂ ਪਿਆ। ਇਹ ਇਕੱਲੇ ਪੰਜਾਬ ਵਾਲੇ ਹੀ ਕਰਦੇ ਤਾਂ ਕੁਛ ਹੈ ਨਹੀਂ, ਫੁੱਕਾ ਰੌਲਾ ਹੀ ਪਾਉਂਦੇ ਨੇ, ਸੈਂਟਰ ਨੂੰ ਬਦਨਾਮ ਕਰਨਾ ਚਾਹੁੰਦੇ ਨੇ। ਸਾਡੀ ਨਿਗਾਹ ਦੇ ਵਿੱਚ ਤਾਂ ਆਪ ਕੁਛ ਕਰਨਾ ਨਹੀਂ ਚਾਹੁੰਦੇ। ਚਲੋ ਬਹੁਤ ਬਹੁਤ ਮਿਹਰਬਾਨੀ। ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਜੀ। ਸ਼੍ਰੋਮਣੀ ਅਕਾਲੀ ਦਲ ਸੀਨੀਅਰ ਨੇਤਾ ਸਿਕੰਦਰ ਸਿੰਘ ਮਲੂਕਾ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਅਸਲ 'ਚ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਉਹ ਕੁਝ ਕਰਨਾ ਨਹੀਂ ਚਾਹੁੰਦੀ ਹੈਗੀ। ਸਾਰੀ ਜਿਹੜੀ ਬਲੇਮ ਆ ਜਾਂ ਬਦਨਾਮ ਕਰਨ ਦਾ ਜਿਹੜਾ ਉਹਨਾਂ ਦਾ ਰਵੱਈਆ ਉਹ ਸੈਂਟਰ ਸਰਕਾਰ ਨੂੰ ਕਰਨਾ ਚਾਹੁੰਦੀ ਹੈ। ਪਰ ਕੁੱਲ ਮਿਲਾ ਕੇ ਜਿੱਥੋਂ ਤੱਕ ਸ਼ਰਧਾਲੂਆਂ ਦਾ ਮਸਲਾ ਹੈਗਾ, ਸਿਆਸੀ ਪਾਰਟੀਆਂ ਕੋਲ ਹੋਰ ਬਹੁਤ ਸਾਰੇ ਮੁੱਦੇ ਨੇ ਸਿਆਸਤ ਕਰਨ ਵਾਸਤੇ, ਪਰ ਸ਼ਰਧਾਲੂਆਂ ਦੇ ਮਸਲੇ 'ਚ ਪੰਜਾਬ 'ਚ ਸਿਆਸਤ ਨਹੀਂ ਹੋਣੀ ਚਾਹੀਦੀ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਨੇ ਨਿਊਜ਼ ਚੰਡੀਗੜ੍ਹ।